सिस्टम बनाया गया कि पहले वार्निंग दी जाएगी, फिर लाठीचार्ज माइल्ड होएगा, माइल्ड लाठीचार्ज तो बाद फिर वार्न किया जाएगा, फिर टीयर गैस एंड विदाउट एनी वार्निंग तुसी उस टाइम टीयर गैस पानी के वाटर कैनन्स सॉरी टीयर गैस कह रहे वाटर कैनन शुरू कर देते हैं। डेमोक्रेटिक मुल्क है, डेमोक्रेटिक मुल्क दे विच हर जगह ते प्रदर्शन जिहड़े ने अलाउड भी है, जिन्ना चिर पीसफुल प्रोटेस्ट है यू कैन नॉट स्टॉप इट। पीसफुल प्रोटेस्ट ਨੂੰ ਆਪਣੀ ਗੱਲ ਵੀ ਕਹਿਣ ਲਈ ਕਿਸੇ ਨੂੰ ਦਿੰਦੇ, ਜਦੋਂ ਆਪਣੀ ਗੱਲ ਕਹਿਣ ਦੀ ਪੂਰੀ ਆਜ਼ਾਦੀ ਨਾ ਲੋਕਾਂ ਕੋਲ ਹੱਕ ਹੈ ਦਿੱਤਾ, ਸਾਡੀ ਕਨਸਟੀਟਿਊਸ਼ਨ ਨੇ ਦਿੱਤਾ, ਕੋਈ ਸਰਕਾਰ ਦੀ ਨਹੀਂ, ਕਨਸਟੀਟਿਊਸ਼ਨ ਫਾਦਰਸ ਜਿਨ੍ਹਾਂ ਦਾ ਰੋਜ਼ ਅਸੀਂ ਡਾਕਟਰ ਭੀਮ ਸਾਹਿਬ ਅੰਬੇਦਕਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਉਹਨਾਂ ਨੇ ਸਾਨੂੰ ਹੱਕ ਦਿੱਤਾ, ਉਸੇ ਹੱਕ ਤੋਂ ਤੁਸੀਂ ਵਾਂਝੇ ਰੱਖ। ਰਾਹੁਲ ਗਾਂਧੀ ਜੀ ਜਿਹੜੇ ਨੇ ਲਗਾਤਾਰ ਵੇਖੋ 12 ਘੰਟੇ ਕੋਈ ਉਸ ਜਿਹੜਾ ਜਿਸ केस दे विच ईडी ने उन्होंने बुलाया है उस केस दे विच कोई पैसे का लैन देन बिल्कुल नहीं होया, किसी किस्म की कोई प्रॉपर्टी का लैन देन नहीं होया। कांग्रेस की लीडरशिप पेपर चलाने वाली भी सी, पंडित जवाहर लाल नेहरू ने 1937 में पेपर शुरू किया सी, कांग्रेस के ही फंड्स ने, किसी तो असीं फंड्स नहीं ले, किते उन्हां दा आदान प्रदान नहीं होया, किते कोई किसी के नां ते कोई इहो जिहे शेयर्स की ट्रांसफर नहीं हुई। ਤੁਸੀਂ ਸਮਝ ਹੀ ਰਹੇ ਹੋ ਕਿ ਕਿਸ ਕਿਸਮ ਦੀ ਪਰਸੈਪਸ਼ਨ ਹੁੰਦੀ, ਜੋ ਕਿਸੇ ਨੂੰ ਤੁਸੀਂ ਸਵੇਰ ਤੋਂ ਲੈ ਕੇ 12 ਘੰਟੇ ਪਹਿਲੇ ਦਿਨ, 12 ਘੰਟੇ ਅਗਲੇ ਦਿਨ, 12 ਘੰਟੇ ਤੀਜੇ ਦਿਨ, ਉਹ ਕਿਹੜੇ ਕਿਤੇ ਭੱਜ ਗਏ ਸੀ। 8 ਸਾਲ ਤੇ ਤੁਸੀਂ ਬੁਲਾਇਆ ਨਹੀਂ, 8 ਸਾਲਾਂ 'ਚ ਫਿਰ ਇੱਕੋ ਦਮ ਤੁਹਾਡੀ ਨੀਂਦ ਖੁੱਲਦੀ ਹੈ ਤੇ ਫਿਰ ਤੁਸੀਂ ਲਗਾਤਾਰ ਝੜੀ ਬੰਨ੍ਹ ਦਿੰਦੇ। ਅਜੇ ਤੱਕ ਕਦੀ ਕਿਸੇ ਸਰਕਾਰ ਨੇ ਕਿਸੇ ਨੈਸ਼ਨਲ ਪਾਰਟੀ ਦੇ ਆਫਿਸ ਦੇ ਵਿੱਚ ਜਾ ਕੇ ਧੱਕੇ ਦੇ ਨਾਲ ਨਾ ਤੇ ਤੋੜ ਭੰਨ ਕੀਤੀ, ਨਾ ਉੱਥੇ ਲੋਕਾਂ ਨਾਲ ਮਿਸਬਿਹੇਵ ਕੀਤਾ, ਸਾਡੀ ਪਾਰਟੀ ਵਾਲੇ ਲੋਕਾਂ ਨਾਲ, ਸੀਨੀਅਰ ਲੀਡਰਸ਼ਿਪ ਨਾਲ। 2 ਤਾਂ ਸੀਨੀਅਰ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਦੀਆਂ ਰਿਬਸ ਪਸਲੀਆਂ ਟੁੱਟ ਗਈਆਂ। ਈਡੀ ਨੇ ਪਿਛਲੇ ਚੰਦ ਸਾਲਾਂ ਦੇ ਵਿੱਚ 1700 ਕੇਸ ਦਾਇਰ ਕੀਤਾ ਹੈ ਤੇ ਉਹਦੇ 'ਚੋਂ 2 ਜਾਂ 3 ਕੇਸਿਸ ਇਹੋ ਜਿਹੇ ਨੇ ਜਿਹੜੇ ਅਜੇ ਤੱਕ ਹੱਲ ਹੋਏ। ਇਸੇ ਬਾਬਤ ਕੇਸ ਵੀ ਜਿਹੜਾ ਚੱਲਦਾ ਪਿਆ, ਕਿਉਂਕਿ ਅੱਜ ਰਾਜਾ ਵੜਿੰਗ ਨੇ ਜਦੋਂ ਪ੍ਰੋਟੈਸਟ ਚੱਲ ਰਿਹਾ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਬਾਬਤ ਕੇਸ ਆਲਰੇਡੀ ਕੋਰਟ ਦੇ ਵਿੱਚ ਚੱਲਦਾ ਪਿਆ ਤੇ ਈਡੀ ਜਿਹੜਾ ਹੈ ਪੁੱਛਗਿੱਛ ਨਹੀਂ ਕਰ ਸਕਦੀ, ਜੋ ਕਿ ਰੂਲਸ ਦੇ ਖਿਲਾਫ ਹੈ। ਇਹ ਤਾਂ ਕੋਈ ਦੋ ਰਾਏ ਨਹੀਂ, ਇਹ ਤਾਂ ਜੋ ਕੁਝ ਹੋ ਰਿਹਾ ਕਿਹੜੇ ਕਹਿੰਦੇ ਕਾਨੂੰਨ ਮੁਤਾਬਕ ਹੋ ਰਿਹਾ, ਕਹਿੰਦੇ ਕਾਨੂੰਨਾਂ ਨੂੰ ਛੱਕੇ ਟੰਗ ਕਰਕੇ ਇਹ ਸਾਰੇ ਕੰਮ ਕੀਤੇ ਜਾ ਰਹੇ। ਅੱਜ ਭਗਵੰਤ ਮਾਨ ਆਪਣੇ ਹਲਕੇ ਦੇ ਵਿੱਚ ਸੀ ਤੇ ਜੋ ਉਹਦੇ ਨਾਲ ਲੋਕਾਂ ਨੇ ਉੱਥੇ ਕੀਤਾ, मैं वो पंजाबी का शब्द नहीं वरतना चाहता, तुम समझ ही रहे हो मैं कहना की चाहता। तो कितों वेखो तो सही सोशल मीडिया के आधार की 3 महीनों में इन्ना भारी ग्राफ गिर जाए। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਅੱਜ ਕਾਂਗਰਸ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਜੋ ਕਿ ਸੀਗਾ ਭਾਜਪਾ ਦੇ ਖਿਲਾਫ। ਉਹ ਇਸ ਕਰਕੇ ਕਿਉਂਕਿ ਜੋ ਕਾਂਗਰਸ ਦੇ ਭਾਰਤ ਦੇ ਪ੍ਰਧਾਨ ਨੇ ਰਾਹੁਲ ਗਾਂਧੀ, ਉਹਨਾਂ ਨੂੰ ਈਡੀ ਦੀ ਜਿਹੜੀ ਪੁੱਛਗਿੱਛ ਲਗਾਤਾਰ ਜਾਰੀ ਹੈ। ਲਗਾਤਾਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੀ ਪਾਰਟੀ ਇਸ ਵਕਤ ਇਲਜ਼ਾਮ ਲਗਾ ਰਹੀ ਹੈ ਕਿਤੇ ਨਾ ਕਿਤੇ ਭਾਜਪਾ ਸਰਕਾਰ ਜਿਹੜੀ ਹੈ ਉਹ ਬਦਲਾਖੋਰੀ ਨੂੰ ਲੈ ਕੇ ਅੱਗੇ ਵੱਧ ਰਹੀ ਹੈ। ਇਸ ਬਾਬਤ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਪੰਜਾਬ CLP ਲੀਡਰ ਕਾਂਗਰਸ ਦੇ ਪ੍ਰਤਾਪ ਬਾਜਵਾ। ਅਸੀਂ ਗੱਲਬਾਤ ਕਰ ਰਹੇ। ਸੋ ਬਾਜਵਾ ਸਾਹਿਬ, ਕਿੱਦਾਂ ਦੇਖਦੇ ਹੋ ਅੱਜ ਇੱਕ ਵੱਡਾ ਪ੍ਰੋਟੈਸਟ ਜਿਹੜਾ ਕੀਤਾ ਗਿਆ? ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਸ਼ਾਂਤੀਪੂਰਵਕ ਪ੍ਰੋਟੈਸਟ ਰਹੂਗਾ, ਮਾਰਚ ਰਾਜ ਭਵਨ ਤੱਕ ਜਾਊਗਾ, ਪਰ ਪਾਣੀ ਦੀਆਂ ਵਾਛੜਾਂ ਪੈਣੀਆਂ ਸ਼ੁਰੂ ਹੋ ਗਈਆਂ। ਇੱਕ ਹਿਸਾਬ ਦਾ ਕਹਿ ਲਈਏ ਪੁਲਿਸ ਵੱਲੋਂ ਵੀ ਜ਼ਬਰਦਸਤੀ ਕੀਤੀ ਗਈ, ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਕਿਸ ਤਰੀਕੇ ਦੇਖਦੇ ਹੋ ਇਸ ਨੂੰ? ਵੇਖੋ ਗੱਲ ਇਸ ਤਰ੍ਹਾਂ ਕਿ ਅਨਫੋਰਚੂਨੇਟਲੀ ਐਡਮਿਨਿਸਟ੍ਰੇਸ਼ਨ ਨੇ ਵੀ ਉਹੀ ਕੰਮ ਫੜ ਲਿਆ ਜੋ ਇਹਨਾਂ ਦੇ ਦਿੱਲੀ ਤੋਂ ਇਸ਼ਾਰਾ ਹੁੰਦਾ। ਸਾਨੂੰ ਰਾਜ ਭਵਨ ਤੱਕ ਪਹੁੰਚਣ ਦੇਣਾ ਚਾਹੀਦਾ ਸੀ। ਇਹ ਠੀਕ ਹੈ ਕਿ ਰਾਜ ਭਵਨ ਤੋਂ ਤੁਸੀਂ 50 ਜਾਂ 100 ਗਜ਼ ਦੂਰ ਸਾਨੂੰ ਰੋਕ ਵੀ ਲੈਂਦੇ, ਪਰ ਕਾਂਗਰਸ ਭਵਨ ਤੋਂ ਨੇੜੇ 100 ਗਜ਼ ਦੂਰ 'ਤੇ ਇਹਨਾਂ ਨੇ ਬੈਰੀਕੇਡਿੰਗ ਕੀਤੀ ਸੀ ਤੇ ਅਜੇ ਬਿਨਾਂ ਕਿਸੇ ਵਾਰਨਿੰਗ ਦੇਣ ਤੋਂ, ਕਿਉਂਕਿ ਸਾਰੇ ਪੀਸਫੁਲ ਪ੍ਰੋਟੈਸਟਰਸ ਸੀ ਤੇ ਇਹਨਾਂ ਨੂੰ ਬਕਾਇਦਾ ਤੌਰ ਸਰਟਨ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ। ਜਦੋਂ ਤੁਸੀਂ ਲਾਠੀ ਚਾਰਜ ਕਰਨਾ ਹੈ ਜਾਂ ਜਦੋਂ ਟੀਅਰ ਗੈਸ ਚੜ੍ਹਨਾ ਹੈ ਤੇ ਉਹ ਹਮੇਸ਼ਾ ਦੇਰ ਆਰ ਉਹਦੇ ਸਿਸਟਮ ਬਣਾਇਆ ਗਿਆ ਕਿ ਪਹਿਲੇ ਵਾਰਨਿੰਗ ਦਿੱਤੀ ਜਾਏਗੀ, ਫਿਰ ਲਾਠੀਚਾਰਜ ਮਾਈਲਡ ਹੋਏਗਾ, ਮਾਈਲਡ ਲਾਠੀਚਾਰਜ ਤੋਂ ਬਾਅਦ ਫਿਰ ਵਾਰਨ ਕੀਤਾ ਜਾਏਗਾ, ਫਿਰ ਟੀਅਰ ਗੈਸ ਐਂਡ ਵਿਦਾਊਟ ਐਨੀ ਵਾਰਨਿੰਗ ਤੁਸੀਂ ਉਸੇ ਟਾਈਮ ਟੀਅਰ ਗੈਸ ਪਾਣੀ ਦੇ ਵਾਟਰ ਕੈਨਨਸ ਟੀਅਰ ਗੈਸ ਕਰ ਰਹੇ ਵਾਟਰ ਕੈਨਨ ਸ਼ੁਰੂ ਕਰ ਦਿੱਤੇ ਨੇ। ਕਾਫੀ ਸਾਰੇ ਸਾਡੇ ਨੌਜਵਾਨ ਜਿਹੜੇ ਤੁਹਾਨੂੰ ਪਤਾ ਵਰਕਰਸ ਹਮੇਸ਼ਾ ਜਿਹੜੇ ਨੌਜਵਾਨ ਨੇ ਅੱਗੇ ਰਹਿੰਦੇ ਨੇ, ਫਰੰਟ ਰੈਂਕ 'ਚ ਹੁੰਦੇ ਨੇ ਤੇ ਉਹਨਾਂ ਨੂੰ ਕਾਫੀ ਸਾਰਿਆਂ ਨੂੰ ਸੱਟਾਂ ਵੀ ਆਈਆਂ ਨੇ। ਚਲੋ ਲੱਕਲੀ ਪਰਮਾਤਮਾ ਨੇ ਮਿਹਰ ਕੀਤੀ, ਬਹੁਤ ਕੋਈ ਗੰਭੀਰ ਜ਼ਖਮੀ ਨਹੀਂ ਹੋਇਆ, ਬਟ ਇਹ ਚੀਜ਼ਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ
क्योंकि डेमोक्रेटिक मुल्क है। डेमोक्रेटिक मुल्क दे विच हर जगह ते प्रदर्शन जिहड़े ने अलाउड भी है ने। जिन्ना चिर पीसफुल प्रोटेस्ट है यू कैनट स्टॉप इट। तो पीसफुल प्रोटेस्ट नूं अपनी गल भी कहन नहीं किसी नूं दिंदे। तो अनफॉर्चुनेटली साडा देश जिहड़ा वन ऑफ दी लार्जेस्ट डेमोक्रेसीज़ मनिया जाता है, जिस दियां परंपरावां दूर दूर तक थर्ड वर्ल्ड नेशनस दे विच लोग कहिंदे सी कि थर्ड वर्ल्ड नेशनस दे विच जे किसी ने फॉलो करना तो हिंदुस्तान नूं फॉलो कीता जाए। ਇਹਦੀ ਸੈਕੂਲਰਿਜ਼ਮ ਨੂੰ, ਇਹਦੇ ਡੈਮੋਕ੍ਰੈਟਿਕ ਪ੍ਰੋਸੈਸ ਨੂੰ, ਇਹਦੇ ਵਿੱਚ ਫਰੀडम ਆਫ ਪ੍ਰੈਸ ਹੈ ਸੀ, ਫਰੀडम ਆਫ ਸਪੀਚ ਹੈ ਸੀ, ਜਿਹੜੀ ਸਾਰਿਆਂ ਨੂੰ ਬਦਕਿਸਮਤੀ ਦੀ ਗੱਲ ਹੈ 75 ਸਾਲ ਬਾਅਦ ਜਦੋਂ ਡੈਮੋਕ੍ਰੇਸੀ ਨੂੰ ਹੋਰ ਮੈਚਿਓਰ ਹੋਣਾ ਚਾਹੀਦਾ ਸੀ, ਜਦੋਂ ਆਪਣੀ ਗੱਲ ਕਹਿਣ ਦੀ ਪੂਰੀ ਆਜ਼ਾਦਾਨਾ ਲੋਕਾਂ ਕੋਲ हक है दिता, साडी कॉन्स्टिट्यूशन ने दिता, कोई सरकार दी नहीं, कॉन्स्टिट्यूशन फादर्स ने जिन्हां दा रोज़ असी डॉक्टर भीम साहब अंबेडकर साहब का जिक्र करने, उन्होंने सानू हक दिता। उसी हक तो तुसीं वांझा रख। उस हिसाब दे नाल ही साडे पार्टी दे फॉर्मल प्रधान राहुल गांधी जी जिहड़े ने लगातार वेखो 12 घंटे कोई उस जिहड़ा जिस केस दे विच ईडी ने उन्होंने बुलाया जी, उस केस दे विच कोई पैसे का लैन देन बिल्कुल नहीं होया, किसी किस्म की कोई प्रॉपर्टी का लैन देन नहीं होया। कांग्रेस की ही एक अखबार सी, जदों वो अखबार घाटे जाने शुरू हो गई तो पार्टी ने, क्योंकि ये अखबार वो सी नैशनल हैरल्ड जिहड़ी कल्ली आवाज़ सी अंग्रेज़ों के खिलाफ, जदों इत्थे कोई सोशल मीडिया नहीं सी, जदों कोई इत्थे इलैक्ट्रॉनिक मीडिया नहीं सी, जदों जिन्ने भी साडे अज दे ਜਿਹੜੇ ਪੁਰਾਣੇ ਅਖਬਾਰ ਨੇ, ਅੱਜ ਦੇ ਆਜ਼ਾਦਾਨਾ ਅਖਬਾਰ ਨੇ, ਉਹਨਾਂ ਦੀ ਆਵਾਜ਼ ਕੁਚਲ ਦਿੱਤੀ ਗਈ ਸੀ। ਇਕੱਲਾ ਇੱਕ ਨੈਸ਼ਨਲ ਹੈਰਲਡ ਇਹੋ ਜਿਹਾ ਸੀ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਲੋਕਾਂ ਨੂੰ ਆਜ਼ਾਦ ਕਰਨ ਦੇ ਵਿੱਚ, ਉਹਨਾਂ ਨੂੰ ਇੰਡੀਪੈਂਡੈਂਟ ਓਪੀਨੀਅਨ ਬਣਾਉਣ ਵਿੱਚ ਨਮਾਇਆ ਰੋਲ ਕੀਤਾ। ਤਾਂ ਕਾਂਗਰਸ ਦੀ ਲੈਗੇਸੀ ਨਾਲ ਜੁੜਿਆ ਹੋਇਆ ਸੀ। ਠੀਕ ਹੈ, ਚੰਦ ਸਾਲ ਜਦੋਂ ਦੇਸ਼ ਸਾਡਾ ਆਜ਼ਾਦ ਹੋ ਗਿਆ, ਅਖਬਾਰ ਘਾਟੇ ਜਾਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਕਾਂਗਰਸ ਨੇ ਆਪਣੇ ਵੱਲੋਂ ਆਪਣੇ ਪਾਰਟੀ ਦੇ ਫੰਡਸ ਵਿੱਚੋਂ ਹੀ ਉਹਨਾਂ ਫੰਡ ਦੇ ਕੇ ਉਹਨਾਂ ਦੀਆਂ ਜਿਹੜੀਆਂ ਡੈਟਸ ਹੈ ਸਨ, ਉਹਨਾਂ ਨੇ ਜਿਹੜੇ ਕਰਜ਼ੇ ਪਿਛਲੇ 50-60 ਸਾਲ ਦੇ ਵਿੱਚ ਲਏ ਸੀ ਕਰਜ਼ੇ, ਉਹਦੇ ਵਿੱਚ ਬਹੁਤ ਸਾਰੀਆਂ ਤੇ EMPLOYEES ਦੀਆਂ ਸੈਲਰੀ ਸਨ ਜਿਹੜੀਆਂ ਨਹੀਂ ਸੀ ਦਿੱਤੀਆਂ ਗਈਆਂ, ਜਾਂ ਗ੍ਰੈਜੂਟੀਜ਼ ਸਨ, ਜਾਂ ਉਹਨਾਂ ਦੇ ਕੁਝ ਬਿੱਲ ਸਨ, ਉਹ ਦਿੱਤੇ ਗਏ। ਐਂਡ ਬਕਾਇਦਾ ਤੌਰ ਦੋਨੋਂ ਚੀਜ਼ਾਂ ਦੇ ਵਿੱਚ ਕਾਂਗਰਸ ਦੀ ਲੀਡਰਸ਼ਿਪ पेपर चलाने वाली भी सी। पंडित जवाहर लाल नेहरू ने 1937 में पेपर शुरू किया सी। कांग्रेस के ही फंड्स ने, किसी तो असीं फंड्स नहीं ले, किते उन्हां दा आदान प्रदान नहीं होया, किते कोई किसी के नाँ ते कोई इहो जिहे शेयर्स की ट्रांसफर नहीं हुई। तो उहदे विच हिंदुस्तान दे एक फ्रंट रैंकिंग जमात जिन्हें 75 सालों 50 साल राज किया होए, जिन्हें देश की आज़ादी विच नुमाया रोल किया होए, उत्थों की लीडरशिप नूं असीं नहीं कहिंदे तुहानूं पूर्ण हक है, जिन्हों मर्जी बुलाओ, बट हर चीज़ कैदे ते कानून मुताबक, इज्जत ते मान ते सन्मान मुताबक होनी चाहिए है। तुसीं 3 दिन लगातार 12-12 घंटे सद्या, सवेर तो लैके रात तक, एक लोकां दे विच परसैप्शन बनाउण दी गल कीती, जिहड़ी तुसीं समझ ही रहे हो कि किस किस्म की परसैप्शन हुंदी। जो किसी नूं तुसीं सवेर तो लैके 12 घंटे पहले दिन, 12 घंटे अगले दिन, 12 घंटे तीजे दिन, वो किहड़े किते भज गए सी जी। 8 साल तो तुसीं बुलाया नहीं, 8 सालों फिर इक्को दम तुहाडी नींद खुलती है, तो फिर तुसीं लगातार झड़ी बन देंदे हो। उस तो बाद तुसीं उस वड्डी जमात के हैडकुआटर्स दे विच अजे तक कदी नहीं होया, अजे तक कदी किसी सरकार ने किसी नैशनल पार्टी के ऑफिस दे विच जाके धक्के दे नाल ना तो तोड़ भन्न कीती है, ना उत्थे लोकां नाल मिसबिहेव कीता, साडी पार्टी वाले लोकां नाल, सीनियर लीडरशिप नाल। 2 तो सीनियर इहो जिहे लीडर ने जिन्हां दीयां रिब्स पसलियाँ टुट गई ने। सिटिंग चीफ मिनिस्टर्स, उन्होंने पुलिस स्टेशन खड़ेगा, सिटिंग चीफ मिनिस्टर्स, बंदा तो कुछ भी नहीं होंदा जी। अज सिटिंग चीफ मिनिस्टर थोड़ी देर वास्ते फड़ के पुलिस लैके जा सकती है, तो फिर तो किसी को भी लैके जा सकती है। फिर तो कोई बंदा भी ना इस देश दे विच, मैं समझना कि रुतबे मुताबक कोई भी सेफ ना होए जी। फिर तो जिन्हों मर्जी गुटों फड़ो तो जो मर्जी लै जाओ जी। ये चीज़ां रूस दे विच, ये चीज़ां किसी टाइम जर्मनी दे विच, ये किसी टाइम चाइना दे विच ये चीज़ां सुनिया सी, बट हिंदुस्तान महात्मा गांधी के देश इस किस्म दी चीज़ां कदी नहीं सी। ये मैं समझना परंपरा चंगी नहीं, आंदे टाइम वास्ते एक बहुत गलत परंपरा है। ये फिर नो एंडिंग है, समझो इहदा ते कोई एंड ही है नहीं।
ਇਹ ਅਸੀਂ ਜਿਹੜੀ ਰੀਤ ਪਾ ਰਹੇ ਹਾਂ, ਇਹ ਕੋਈ ਚੰਗੀ ਡੈਮੋਕ੍ਰੇਸੀ ਵਾਸਤੇ ਇੱਕ ਚੰਗੀ ਹਮੇਸ਼ਾ ਸਾਨੂੰ ਕੋਈ ਚੰਗੀਆਂ ਰੀਤ ਜਿਹੜੇ ਹੈ ਨੇ ਉਹ ਐਗਜ਼ੈਂਪਲ ਸੈੱਟ ਕਰਨੇ ਚਾਹੀਦੇ ਨੇ। ਤਾਂ ਇਹਨੂੰ ਅਸੀਂ ਕੰਡੈਮ ਕਰਨੇ ਆ। ਉਸੇ ਦੇ ਅਗੇਂਸਟ ਹੀ ਅੱਜ ਅਸੀਂ ਮੁਜ਼ਾਹਰਾ ਕੀਤਾ ਸੀ, ਕੱਲ੍ਹ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ, ਅੱਜ ਵੀ ਮੁਜ਼ਾਹਰਾ ਕੀਤਾ। ਹੁਣ ਇਸ ਤੋਂ ਬਾਅਦ ਪਾਰਟੀ ਜਿਸ ਤਰ੍ਹਾਂ ਦਿੱਲੀ ਦੇ ਵਿੱਚੋਂ ਸਾਡੀ ਪਾਰਟੀ ਦੀ ਲੀਡਰਸ਼ਿਪ ਸਾਨੂੰ ਸੰਦੇਸ਼ ਦੇਗੀ ਕਿ ਇਹਨਾਂ ਨੂੰ ਕਿਸ ਤਰ੍ਹਾਂ ਜ਼ਿਲ੍ਹਿਆਂ 'ਚ ਲੈ ਕੇ ਜਾਣਾ ਹੈ, ਕਿਸ ਤਰ੍ਹਾਂ ਬਲੋਕਾਂ 'ਚ ਲੈ ਕੇ ਜਾਣਾ ਹੈ, ਕਿਸ ਤਰ੍ਹਾਂ ਪਿੰਡਾਂ ਵਿੱਚ ਲੈ ਕੇ ਜਾਣਾ ਹੈ, ਕਿਸ ਤਰ੍ਹਾਂ ਹਰ ਇਕਾਈ ਤੱਕ ਲੈ ਕੇ ਜਾਣਾ, ਆਪਣੀ ਗੱਲ ਪਹੁੰਚਾਉਣੀ ਹੈ, ਗੱਲ ਸਮਝਾਉਣ ਦੀ ਲੋੜ ਹੈ। ਵਿੱਚ ਕੁਝ ਵੀ ਨਹੀਂ ਕੱਢਣ ਪਾਨੂੰ, ਇਹਦੇ 'ਚੋਂ ਕੁਝ ਨਹੀਂ ਨਿਕਲਣਾ। ਮੈਂ ਵੀ ਦੱਸਣਾ ਚਾਹੁੰਦਾ ਔਨ ਕੈਮਰਾ ਕਿ ਈਡੀ ਨੇ ਪਿਛਲੇ ਚੰਦ ਸਾਲਾਂ ਦੇ ਵਿੱਚ 1700 ਕੇਸ ਦਾਇਰ ਕੀਤਾ ਅਤੇ ਉਹਦੇ 'ਚੋਂ 2 ਜਾਂ 3 ਕੇਸਿਸ ਇਹੋ ਜਿਹੇ ਨੇ ਜਿਹੜੇ ਅਜੇ ਤੱਕ ਹੱਲ ਹੋਏ ਨੇ। ਇਹਦੇ 'ਚ ਪਰਸੈਪਸ਼ਨ ਵਿਗਾੜਨ ਦੇ ਵਿੱਚ ਜਿਸ ਲੀਡਰ ਨੂੰ ਤੁਸੀਂ ਇਸ ਕਿਸਮ ਦੀ ਤੁਸੀਂ ਤਹਿਕੀਕਾਤ ਕਰਦੇ ਹੋ, ਲੋਕਾਂ 'ਚ ਇੱਕ ਪਰਸੈਪਸ਼ਨ ਬਣਾਉਣ ਦੀ ਗੱਲ ਕਰਦੇ, ਵਿੱਚੋਂ ਕੁਝ ਕੱਢਣ ਪਾਨੂੰ, ਇਹਨਾਂ ਨੂੰ ਹੀ ਪਤਾ ਕਿ ਵਿੱਚੋਂ ਨਿਕਲਣਾ ਕੁਝ ਨਹੀਂ। ਪਰ ਤੁਸੀਂ ਇੱਕ ਇਹ ਗੱਲ ਕਹੋਗੇ ਤਾਂ ਮੈਂ ਸਮਝਦਾ ਕਿ ਇਹ ਬਹੁਤ ਗਲਤ ਸਿਸਟਮ ਅਡੋਪਟ ਕੀਤਾ ਜਾ ਰਿਹਾ। ਕੇਸ ਜਿਹੜਾ ਇਹ ਦੱਸਣਾ ਚਾਹੀਏ ਕਿ ਕੇਸ ਵੀ ਜਿਹੜਾ ਇਸੇ ਬਾਬਤ ਕੇਸ ਵੀ ਜਿਹੜਾ ਚੱਲਦਾ ਪਿਆ, ਕਿਉਂਕਿ ਅੱਜ ਰਾਜਾ ਵੜਿੰਗ ਜਦੋਂ ਪ੍ਰੋਟੈਸਟ ਚੱਲ ਰਿਹਾ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਬਾਬਤ ਕੇਸ ਆਲਰੇਡੀ ਕੋਰਟ ਦੇ ਵਿੱਚ ਚੱਲਦਾ ਪਿਆ ਤੇ ਈਡੀ ਜਿਹੜਾ ਹੈ ਪੁੱਛਗਿੱਛ ਨਹੀਂ ਕਰ ਸਕਦੀ, ਜੋ ਕਿ ਰੂਲਸ ਦੇ ਖਿਲਾਫ ਹੈ। ਇਹ ਤਾਂ ਕੋਈ ਦੋ ਰਾਏ ਨਹੀਂ, ਇਹ ਤਾਂ ਜੋ ਕੁਝ ਹੋ ਰਿਹਾ ਕਿਹੜੇ ਕਾਇਦੇ ਕਾਨੂੰਨ ਮੁਤਾਬਕ ਹੋ ਰਿਹਾ। ਕਾਇਦੇ ਕਾਨੂੰਨਾਂ ਨੂੰ ਛੱਕੇ ਟੰਗ ਕਰਕੇ ਇਹ ਸਾਰੇ ਕੰਮ ਕੀਤੇ ਜਾ ਰਹੇ ਅਤੇ ਸਾਰੇ ਹਿੰਦੁਸਤਾਨ 'ਚ ਜਿੱਥੇ ਵੀ ਓਪੋਜੀਸ਼ਨ ਜਮਾਤਾਂ ਨੇ ਉੱਥੇ ਹੀ ਇਹ ਕੰਮ ਈਡੀ ਕਰ ਰਹੀ ਹੈ। ਇਹਨਾਂ ਨੇ ਕਦੀ ਕਿਸੇ ਆਪਣੇ ਲੀਡਰ ਵੱਲ ਤਹਿਕੀਕਾਤ ਨਹੀਂ ਸ਼ੁਰੂ ਕੀਤੀ। ਸਾਰੀਆਂ ਹੀ ਓਪੋਜੀਸ਼ਨ ਪਾਰਟੀਆਂ ਨੂੰ ਉਹ ਇੱਕ ਕਿਸਮ ਦਾ ਉਹਨਾਂ ਦੇ ਗੱਲ 'ਚ ਰੱਸਾ ਪਾ ਕੇ ਪੂਰਾ ਖਿੱਚਿਆ ਵੀ ਨਹੀਂ ਗਾ, ਬਸ ਉਹ ਢਿੱਲਾ ਰੱਸਾ ਛੱਡ ਦਿੰਦੇ ਨੇ ਅਤੇ ਲੋਕਾਂ ਨੂੰ ਬੇਸਿਕਲੀ ਇਹਦੇ ਵਿੱਚ ਅੰਡਰ ਪ੍ਰੈਸ਼ਰ ਪਾਉਣ ਦੇ, ਪਾਰਟੀਆਂ ਦੀ ਜਿਹੜੀ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਉਹਨਾਂ ਦੀ ਮੁਸ਼ਕਿਲ ਵਧਾਉਣੀ, ਉਹਨਾਂ ਨੂੰ ਡਿਮੋਰਲਾਈਜ਼ ਕਰਨ ਦਾ, ਉਹਨਾਂ ਦੇ ਕਾਡਰ ਨੂੰ ਪਰੇਸ਼ਾਨ ਕਰਨ ਦਾ। ਇਹ ਕਾਡਰ ਨੂੰ ਗੱਲ ਕਹਿੰਦੀ ਹੁੰਦੀ ਕਿ ਜੇ ਤੁਹਾਡੇ ਟੌਪ ਮੋਸਟ ਲੀਡਰ ਹੀ ਸੇਫ ਨਹੀਂ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਹੋ ਸਕਦੇ ਹੋ। ਇਹ ਮੈਂ ਸਮਝਣਾ ਇਹ ਚੀਨ ਦੇ ਵਿੱਚ, ਰੂਸ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਤਾਂ ਕੰਮ ਚੱਲਦਾ ਸੀ, ਡੈਮੋਕ੍ਰੇਸੀ 'ਚ ਨਹੀਂ ਚੱਲਦਾ। ਤਾਂ ਮੈਂ ਸਮਝਣਾ ਬਹੁਤ ਅਨਫੋਰਚੂਨੇਟ ਹੈ ਜੋ ਵੀ ਹੋਇਆ। ਭਾਜਪਾ ਦੀ ਗੱਲ ਕੀਤੀ ਜਾਵੇ, ਭਾਜਪਾ ਦੇ ਜਿਹੜੇ ਆਗੂ ਨੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਜਿਹੜੀ ਉਹਨਾਂ ਨੇ ਇੰਨੀ ਤੱਕ ਗੱਲ ਕੀਤੀ ਕਿ ਸੀ ਤੋਂ ਹੀ ਕਾਂਗਰਸ ਹੈ ਅਤੇ ਸੀ ਤੋਂ ਹੀ ਕਰਪਸ਼ਨ ਹੈ, ਕਰਪਸ਼ਨ ਨੂੰ ਜਿਹੜੀ ਹੈ ਹੱਕ ਬਣਾ ਚੁੱਕੀ ਹੈ ਕਾਂਗਰਸ। ਇਹੋ ਜਿਹੇ ਜਿਹੜੇ ਬਿਆਨ ਜਿਹੜੇ ਹੁਣ ਭਾਜਪਾ ਦੇ ਸਾਹਮਣੇ ਆ ਰਹੇ ਨੇ। ਫਿਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ, ਤਾਂ ਕਾਂਗਰਸ ਨੂੰ ਅਕਸਰ ਜਿਹੜਾ ਹੈ ਉਸਦੀ ਫਿਰ ਉਸ ਤੋਂ ਬਾਅਦ ਜਵਾਬ ਦਿੰਦੇ ਵੀ ਨਜ਼ਰ ਆਉਂਦੇ ਨੇ। ਪਰ ਤੁਹਾਡਾ ਇਸ ਬਾਰੇ ਕੀ ਕਹਿਣਾ, ਕਿਉਂਕਿ ਭਾਜਪਾ ਜਿਹੜਾ ਉਹ ਲਗਾਤਾਰ ਕਿਤੇ ਨਾ ਕਿਤੇ ਤਿੱਖੇ ਹੱਥ ਲੈ ਰਹੀ ਹੈ ਕਾਂਗਰਸ ਨੂੰ ਵੀ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਖਾਸ ਕਰਕੇ? ਇਹਨਾਂ ਦੀ ਫਜ਼ੂਲ ਗੱਲਾਂ ਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ। ਇਹਨਾਂ ਦੇ ਜਿਹੜੇ ਸਪੋਕਸਮੈਨ ਨੇ ਉਹਨਾਂ ਦੇ ਤੁਸੀਂ ਅੱਗੇ ਵੇਖਿਆ ਨਹੀਂ, ਵਰਲਡ ਓਵਰ ਇਹੋ ਜਿਹੇ ਬਿਆਨ ਦਿੱਤੇ ਨੇ ਕਿ ਹਿੰਦੁਸਤਾਨ ਨੂੰ ਗੋਡੇ ਭਰਨੇ ਹੋਣਾ ਪਿਆ, ਹਿੰਦੁਸਤਾਨ ਦੀ ਸਰਕਾਰ ਨੂੰ। ਅੱਧੀ ਦੁਨੀਆ ਦੀਆਂ ਦੇਸ਼ਾਂ ਦੀਆਂ ਸਰਕਾਰਾਂ ਕੋਲ ਮਾਫੀਆਂ ਮੰਗਣੀਆਂ ਪਈਆਂ। ਇਹਨਾਂ ਦੇ ਸਪੋਕਸਮੈਨਾਂ 'ਤੇ ਕੀ ਗੱਲ ਕਰੀਏ? ਇਹਨਾਂ ਦਾ ਇੱਕ ਪਾਰਟੀ ਪ੍ਰਧਾਨ ਹੁੰਦਾ ਸੀ ਜਿਹਨੂੰ ਔਨ ਕੈਮਰਾ ਪੈਸੇ ਲੈਂਦੇ ਫੜਿਆ ਗਿਆ ਸੀ। ਅਤੇ ਇਹਨਾਂ ਨੂੰ ਥੋੜ੍ਹਾ ਜਿਹਾ ਸੰਕੋਚ ਕਰਕੇ ਦੂਜੇ ਲੀਡਰਾਂ 'ਤੇ ਬਿਆਨਬਾਜ਼ੀ ਨਾ ਕਰਨ ਦੀ ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਹੋ ਜਿਹੇ ਕੰਮ ਨਾ ਕਰੋ। ਪਹਿਲੇ ਆਪਣੀ ਪੀੜ੍ਹੀ ਥੱਲੇ ਵੀ ਥੋੜ੍ਹਾ ਜਿਹਾ ਸੋਟਾ ਫੇਰ ਲਓ, ਫਿਰ ਦੂਜਿਆਂ ਦੇ ਉੱਤੇ ਇਹੋ ਜਿਹੀ ਚਰਚਾ ਕਰੋ। ਬਿਆਨ ਤਾਂ ਜਿਹਦੇ ਮਰਜ਼ੀ ਖਿਲਾਫ ਜਦੋਂ ਮਰਜ਼ੀ ਤੁਸੀਂ ਜਿਸ ਕਿਸਮ ਮਰਜ਼ੀ ਦਾ ਦੇ ਦਿਓ। ਸੋ ਇਹ ਗੱਲ ਚੰਗੀ ਨਹੀਂ ਹੈ। ਇਹ ਜੋ ਵੀ ਸਿਸਟਮ ਅਡੋਪਟ ਕੀਤਾ ਹੁਣ ਉਹ ਬੀਜੇਪੀ ਇਹੀ ਬੀਜੇਪੀ ਹੈ ਜਿਹਨੂੰ ਫਿਰ ਆਪਣੇ ਉਹ ਸਪੋਕਸਮੈਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਣੇ ਪੈ ਗਏ। ਇਹੋ ਜਿਹੇ ਤਾਂ ਇਹਨਾਂ ਕੋਲ ਸਪੋਕਸਮੈਨ ਨੇ। ਕੋਈ ਜ਼ਿੰਮੇਵਾਰ ਬੰਦਾ ਹੋਏ ਤਾਂ ਜ਼ਿੰਮੇਵਾਰ ਉਹਦੀ ਗੱਲ ਕਰੇ, ਅਤੇ ਜ਼ਿੰਮੇਵਾਰ ਬੰਦੇ ਦੀ ਗੱਲ ਦਾ ਅਸੀਂ ਕੋਈ ਜਵਾਬ ਦਈਏ। ਗੈਰ ਜ਼ਿੰਮੇਵਾਰਾਂ ਬਿਆਨਾਂ ਦਾ ਕੀ ਜਵਾਬ ਦਈਏ? ਬਾਜਵਾ ਸਾਹਿਬ, ਇੱਕ ਸਵਾਲ ਹੈ ਜੀ, ਜਿਹੜਾ ਪਿੱਛੇ ਜੇ ਸੀਐਮ ਹਾਊਸ ਦੇ ਵਿੱਚ ਚੀਜ਼ਾਂ ਹੋਈਆਂ, ਕੀ ਲੱਗਦਾ ਕਿ ਉਸੇ ਤਰਜ਼ ਦੇ ਉੱਤੇ ਅੱਜ ਵੀ ਜਿਹੜੇ ਚੀਜ਼ਾਂ ਹੋਈਆਂ, ਕਿਉਂਕਿ ਸੀਐਮ ਹਾਊਸ ਦੇ ਵਿੱਚ ਵੀ ਜੋ ਦੇਖਿਆ ਗਿਆ ਧਰਨਾ ਦਿੱਤਾ ਗਿਆ ਸੀਗਾ ਅਤੇ ਥਾਣੇ ਲਿਜਾਇਆ ਗਿਆ ਸੀਗਾ, ਅੱਜ ਫੇਰ ਕੁਝ ਅਜਿਹੀ ਚੀਜ਼, ਕਿਉਂਕਿ ਉਦੋਂ ਵੀ ਤੁਹਾਡੇ ਹੀ ਬਿਆਨ ਸੀਗੇ ਉਸ 'ਤੇ ਪੰਜਾਬ ਦੀ ਸਰਕਾਰ ਵੀ ਡਿਕਟੇਟਰਸ਼ਿਪ ਚੱਲ ਰਹੀ ਹੈ, ਉੱਤੋਂ ਸੰਗਰੂਰ ਦੀਆਂ ਚੋਣਾਂ ਵੀ ਹੋਣ ਲੱਗੇ ਨੇ, ਜਿਹੜੀਆਂ ਜਿਮਨੀ ਚੋਣਾਂ ਹੋਣ ਲੱਗੀਆਂ ਨੇ। ਠੀਕ ਹੈ, ਮੈਂ ਤਾਂ ਤੁਹਾਨੂੰ ਪਹਿਲੇ ਰੱਖ ਹੀ ਦਿੱਤੀ ਹੈ, ਸਾਰੀਆਂ ਸਰਕਾਰਾਂ ਦੇ ਇਹੀ ਹਾਲ ਹੈ। ਆਪਣੇ ਡਿੱਗਦੇ ਹੋਏ ਗ੍ਰਾਫ ਨੂੰ ਵੇਖਦੇ ਹੋਏ ਤੁਸੀਂ ਵੇਖ ਹੀ ਲਿਆ ਆਮ ਆਦਮੀ ਪਾਰਟੀ ਦਾ ਕੀ ਹਾਲ ਚੱਲ ਰਿਹਾ। ਅੱਜ ਭਗਵੰਤ ਮਾਨ ਆਪਣੇ ਹਲਕੇ ਦੇ ਵਿੱਚ ਸੀ ਅਤੇ ਜੋ ਉਹਦੇ ਨਾਲ ਲੋਕਾਂ ਨੇ ਉੱਥੇ ਕੀਤਾ, ਮੈਂ ਉਹ ਪੰਜਾਬੀ ਦਾ ਸ਼ਬਦ ਨਹੀਂ ਵਰਤਣਾ ਚਾਹੁੰਦਾ, ਤੁਸੀਂ ਸਮਝ ਹੀ ਰਹੇ ਹੋ ਮੈਂ ਕਹਿਣਾ ਕੀ ਚਾਹੁੰਦਾ। ਤੁਸੀਂ ਕਿਤੇ ਵੇਖੋ ਤਾਂ ਸਹੀ ਸੋਸ਼ਲ ਮੀਡੀਆ 'ਤੇ ਤਾਂ ਹਾਲ ਕੀ ਹੋਇਆ, 3 ਮਹੀਨਿਆਂ ਵਿੱਚ ਇੰਨਾ ਭਾਰੀ ਗ੍ਰਾਫ ਗਿਰ ਜਾਣਾ।
ਇਹ ਹਰ ਜਿੱਥੇ ਜਿੱਥੇ ਜਾ ਰਹੇ ਨੇ ਇਹਨਾਂ ਦੇ ਐਮਐਲਏ, ਇਹਨਾਂ ਦੇ ਮਿਨਿਸਟਰਾਂ ਦਾ ਵਿਰੋਧ ਹੋ ਰਿਹਾ, ਲੋਕ ਇਹਨਾਂ ਨੂੰ ਵੜਨ ਨਹੀਂ ਦੇ ਰਹੇ। ਅੱਜ ਚੀਫ ਮਿਨਿਸਟਰ ਨਿਰਾ ਕਾਫਲਾ ਸੀ, ਗੱਡੀਆਂ ਵਿੱਚ ਨਿਰੇ ਪੁਲਿਸ ਵਾਲੇ ਬੈਠੇ ਸੀ, ਬੰਦਾ ਕੋਈ ਨਹੀਂ ਸੀ। ਤੁਸੀਂ ਉੱਥੋਂ ਹੀ ਅੰਦਾਜ਼ਾ ਲਾ ਲਓ। ਇਸ ਗੱਲ ਤੋਂ ਇਹਨਾਂ ਦੀ ਜਿਹੜੀ ਇਹ ਤਰਲੋ ਬੱਛੀ ਹੋ ਰਹੇ ਨੇ। ਹੁਣ ਇਹਨਾਂ ਦਾ ਗੁੱਸਾ ਜਿਹੜਾ ਲੋਕਾਂ ਦੀ ਨਾਰਾਜ਼ਗੀ, ਉਹ ਗੁੱਸਾ ਆਪਣੀ ਵਿਰੋਧੀ ਜਮਾਤਾਂ 'ਤੇ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਤੋ ਇਹਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਲੋਕਾਂ ਨੂੰ ਲਾਮਬੱਧ ਕਰਨਾ ਹੈ। ਅਸੀਂ ਆਪਣੀ ਚਾਲ ਆਹਿਸਤਾ ਆਹਿਸਤਾ ਲੋਕਾਂ ਨੂੰ ਲਾਮਬੱਧ ਕਰਕੇ ਆਪਣੇ ਨਾਲ ਲਿਆਉਣ ਦੀ, ਆਪਣੇ ਵਿਊ ਪੁਆਇੰਟ ਨਾਲ ਸਹਿਮਤ ਕਰਨ ਦੀ ਅਸੀਂ ਗੱਲ ਆਪਣੀ ਕਰਦੇ ਰਹਿਣਾ। ਬਾਕੀ ਇਹਨਾਂ ਦਾ ਕੰਮ ਜੋ ਮਰਜ਼ੀ ਕਰਨ। ਹਾਂਜੀ, ਬਹੁਤ ਬਹੁਤ ਧੰਨਵਾਦ। ਸੋ ਇਸ ਨਾਲ ਸਾਡੇ ਨਾਲ ਸੀਐਲਪੀ ਲੀਡਰ ਪ੍ਰਤਾਪ ਬਾਜਵਾ ਜਿਨ੍ਹਾਂ ਨੇ ਦੱਸਿਆ ਹੈ ਕਿ ਅੱਜ ਜੋ ਚੀਜ਼ ਹੋਈ ਉਹ ਇੱਕ ਤਰੀਕੇ ਨਾਲ ਡੈਮੋਕ੍ਰੇਸੀ ਦਾ ਘਾਣ ਹੈ, ਕਿਉਂਕਿ ਲਗਾਤਾਰ ਜਿਹੜੀ ਬਦਲਾਖੋਰੀ ਉਹ ਸਰਕਾਰਾਂ ਵੱਲੋਂ ਚੱਲ ਰਹੀ ਹੈ ਅਤੇ ਜਿਹੜੀਆਂ ਸਰਕਾਰਾਂ ਨੇ ਉਹ ਆਪਣੀ ਆਪੋਜੀਸ਼ਨ ਨੂੰ ਡੀਮੋਰਲਾਈਜ਼ ਕਰਨ ਲਈ ਅਜਿਹੀਆਂ ਹਰਕਤਾਂ ਕਰ ਰਹੀਆਂ ਨੇ ਤੇ ਇਹਨਾਂ ਸਰਕਾਰਾਂ ਨੂੰ ਬਾਜ਼ ਆਉਣਾ ਚਾਹੀਦਾ, ਨਹੀਂ ਤਾਂ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਅੱਗੇ ਵੀ ਝੇਲਣਾ ਪੈ ਸਕਦਾ। ਕੈਮਰਾ ਪਰਸਨ ਪਿਊਸ਼ ਦੇ ਨਾਲ ਸਾਇੰਦਰ ਉਲਾਸ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।